एक ओंकार सतनाम करता पुरख निर्भयो निर्वैर अकाल मूरत अजूनी सैभं गुर प्रसाद मान दिवस मुहूर्त भले जिसको नदर करे नानक मंगै दर्शदान कृपा करो हरे। बेदस महा रुति तिति वार पले घड़ी मुहत पल साचे आए सहज मिले। सतनाम वाहेगुरु साहिब जियो। 12 महा मांझ महला पंजवा घर चौथा एक ओंकार सतगुर प्रसाद। हर जेठ जुड़ंदा लोड़ीए जिस अग्गै सब निवन। हर जेठ जुड़ंदा लोड़ीए जिस अग्गै सब निवन। हर सज्जन दावण लग्या किसे ना दी बन। माणक मोती नाम प्रभ उन लगे नाही सन। रंग सभे नारायण जेते मन भावन। जो हर लोड़े सो करे सोई जी करन। जो प्रभ कीते आपने से कहिए धन। आपन लिया जे मिले विछुड़ क्यों रोवन। साधु संग परापते नानक रंग माणन। हर जेठ रंगीला तिस धनी जिसकै भाग मथन। साधु संग परापते नानक रंग माणन। हर जेठ रंगीला तिस धनी जिसकै भाग मथन। वाहिगुरु जी का खालसा वाहिगुरु जी की फतेह। जुगो जुग अटल तन तन गुरु ग्रंथ साहिब जी गुरु पातशाह जी दी अपार बख्शिश। शाम समय सत्संगत दे पल असीं माण रहे हाँ। पावन गुरु दरबार विच गुरबाणी दा कीर्तन आप ਸਰੋਤ पा रहे सी। हुण समा है गुर शब्द व्याख्यान दा। आप जी ने रचना 12 माਝ विचों 4 नंबर पदा ਸਰੋਤ ਕੀਤਾ है। ਇਹਦੇ ਵਿੱਚ
ਦੇਸੀ ਮਹੀਨਿਆਂ ਦੀ ਵੰਡ ਮੁਤਾਬਕ ਜੇਠ ਜਿਸ ਨੂੰ ਅਸੀਂ ਕਹਿੰਦੇ ਹਾਂ ਉਸ ਮਹੀਨੇ ਦੀ ਸਿਰਨਾਵੇਂ ਦੇ ਵਿੱਚ ਪ੍ਰਯੋਗ ਕੀਤਾ ਗਿਆ। ਬਚਨ ਅਧਿਆਤਮੀ ਹੈ, ਸਾਡੇ ਵਾਸਤੇ ਅਧਿਆਤਮੀ ਸੰਦੇਸ਼ ਹੈ। ਅਕਸਰ ਦੇਸੀ ਮਹੀਨਿਆਂ ਦੀ ਪ੍ਰੰਭਤਾ ਦੇ ਉੱਤੇ 12ਵਾਂ ਰਚਨਾ ਸੀ ਪੜ੍ਹਦੇ ਹਾਂ, ਸੁਣਦੇ ਹਾਂ, ਗਾਉਂਦੇ ਹਾਂ, ਜਿੱਥੇ ਸਮਾਂ ਬਣਦਾ ਉਹਦੀ ਵਿਆਖਿਆ ਵੀ ਕਰਦੇ ਹਾਂ। ਸੋ ਪਾਠ ਆਪ ਨੇ ਸਰੋਤ ਕੀਤਾ ਹੈ। ਅਗਲੇ ਸਮੇਂ ਦੇ ਵਿੱਚ ਇਸ ਪਾਵਨ ਰਚਨਾ ਦੀ ਵਿਵੇਚਨਾ ਹੋਏਗੀ। ਆਪ ਵਾਕਿਫਤ ਰੱਖਦੇ ਹੋਵੋਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 12ਵਾਂ ਨੇ, ਇੱਕ ਤੁਖਾਰੀ ਦਾ ਗੁਰੂ ਨਾਨਕ ਸਾਹਿਬ ਦਾ ਉਚਰਿਤ ਕੀਤਾ ਹੋਇਆ, ਦੂਸਰਾ ਮਾਝ ਦਾ ਗੁਰੂ ਅਰਜਨ ਸਾਹਿਬ ਦਾ ਉਚਰਿਤ ਕੀਤਾ ਹੋਇਆ। ਦੋਨਾਂ ਦੇ ਮਜ਼ਮੂਨ ਬਿਲਕੁਲ ਆਲਮੋਸਟ ਸਿਮਿਲਰ ਨੇ। ਇਹਦੇ ਵਿੱਚ ਇਸ ਜੀਵਾਤਮਾ ਦਾ ਉਸ ਪਰਮੇਸ਼ਵਰੀ ਸਤਾ ਦੇ ਅਹਿਸਾਸ ਤੋਂ ਵਿਛੋੜਾ, ਜੋ ਕਿ ਵੈਸੇ ਤਾਂ ਵਿਛੋੜਾ ਹੋ ਨਹੀਂ ਸਕਦਾ ਕਿਉਂਕਿ ਉਹ ਓੰਕਾਰ ਹੈ, ਓਮਨੀ ਪ੍ਰੈਜ਼ੈਂਟ ਹੈ, ਜ਼ਰਰੇ ਜ਼ਰਰੇ 'ਚ ਜ਼ਰਖੇਜ਼ ਹੈ। ਸੋ ਵਖਰੇਵਾਂ ਕਿਵੇਂ ਹੋਏਗਾ? ਹਾਂ, ਅਸੀਂ ਉਹਦੇ ਬਾਬਤ ਸੁਰਤ ਕਰਕੇ ਅਵੇਅਰ ਨਹੀਂ ਹੈਗੇ। ਜਦੋਂ ਸੁਰਤ ਕਰਕੇ ਅਵੇਅਰ ਨਹੀਂ ਹੈ ਤਾਂ ਫਿਰ ਜੋ ਇਹ ਕਲਬੂਤ, ਜੋ ਇਹ ਮਿੱਟੀ ਹੈ ਜਿਹਦੇ 'ਚ ਉਹਦੀ ਸਤਾ ਜੀਵਨ ਦੇ ਰੂਪ ਵਿੱਚ ਰਵਦੀ ਹੈ, ਜਦੋਂ ਇਹ ਕਰਮ ਕਰਦੀ ਹੈ ਅਤੇ ਉਹ ਕਰਮ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਤਮਸਾਤ ਹੋਣ ਵਾਲੇ ਨਹੀਂ ਹੁੰਦੇ, ਬਲਕਿ ਉਹਦੇ ਤੋਂ ਵਿਛੜ ਕੇ ਦੂਰੀ ਬਣਾ ਕੇ ਦੁੱਖ ਪਾਉਣ ਵਾਲੇ ਹੁੰਦੇ ਨੇ। ਸੋ ਇਹੀ ਬੰਦੇ ਦਾ ਰੁਦਨ ਹੈ, ਕਿਉਂਕਿ ਇਸੇ ਰਚਨਾ 'ਚ ਅੱਗੇ ਜਾ ਕੇ ਅਸੀਂ ਬਚਨ ਪੜ੍ਹਦੇ ਨਾ ਪਦਿਆਂ ਦੇ ਵਿੱਚ ਹੀ ਕਿ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਕਿਉਂਕਿ ਰਾਮ ਤੋਂ ਵੇਮੁਖਤਾ ਉਹੀ ਜਨਮਾਂ ਜਨਮਾਂਤਰਾਂ ਦੇ ਵਿਜੋਗ ਨੇ ਤੇ ਉਹੀ ਦੁੱਖ ਹੈ। ਬਾਣੀ ਨੇ ਵਾਰ-ਵਾਰ ਕਿਹਾ ਹੈ ਕਿ ਬੰਦੇ ਚੇਤੇ ਰੱਖ ਹਰ ਬਿਸਰਤ ਸਦਾ ਖੁਆਰੀ, ਹਰੀ ਵਸਾਰਿਆ ਨਹੀਂ ਤੇ ਖੁਆਰੀ ਹੋਈ ਨਹੀਂ। ਹਾਂ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਜਿਹੜੀ ਸੁਰਤ ਉਹਦੀ ਓਟ ਵਿੱਚ ਹਰ ਵਕਤ ਉਸ ਨੂੰ ਹਾਜ਼ਰ ਨਾਜ਼ਰ ਜਾਣ ਲੈਂਦੀ ਹੈ, ਉਸ ਦਾ ਅਹਿਸਾਸ ਕਰ ਲੈਂਦੀ, ਐਕਸਪੀਰੀਅੰਸ ਕਰ ਲੈਂਦੀ ਹੈ, ਡੈਫੀਨੇਟਲੀ ਉਹਦੇ ਜੀਵਨ ਦੇ ਵਿੱਚ ਫਿਰ ਜੀਵਨ ਦਾ ਅਹਿਸਾਸ ਜਿਹੜਾ ਹੈ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀਗਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੀ ਅਰ ਪੈ ਨਹੀਂ ਜਾਂ ਕੇ ਕੰਚਨ ਮਾਟੀ ਮਾਨੈ, ਉਹ ਜਿਹੜੀ ਹਾਲਤ ਉਹ ਅਵਸਥਾ ਇੰਜੋਏ ਕਰਦਾ ਹੈ। ਇਸ ਨੂੰ ਹੀ ਕਿਹਾ ਗਿਆ ਕਿ ਗੁਰ ਕਿਰਪਾ ਜਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਇਹ ਜੁਗਤ ਆ ਮੈਥਡੋਲੋਜੀ, kind of method how to live life in this actually world, or you can say as a human being। ਇੱਕ ਮਨੁੱਖੀ ਰੂਪ ਦੇ ਵਿੱਚ ਜਿਹੜਾ ਜ਼ਿੰਦਗੀ ਦਾ ਬਹਾ ਹੈ, ਇਹਨੂੰ ਕਿਵੇਂ ਜੀਣਾ ਆ, ਇਸ ਕਿਸ ਫਲੋ ਦੇ ਵਿੱਚ, ਕਿਸ ਡਾਇਰੈਕਸ਼ਨ ਦੇ ਵਿੱਚ ਇਸ ਜੀਵਨ ਦੇ ਵਹਾਅ ਨੂੰ, ਇਸ એનર્ਜੀ ਨੂੰ ਅਸੀਂ ਚੈਨਲਾਈਜ਼ ਕਰਨਾ ਹੈਗਾ। ਜਿਸ ਨੂੰ ਗੁਰੂ ਦੇ ਮਾਰਗਦਰਸ਼ਨ ਦੇ ਨਾਲ ਸਮਝ ਲੱਗ ਗਈ, ਉਹਦਾ ਜੀਵਨ ਪਲਟ ਗਿਆ, ਉਹ ਉਸ ਲੈਵਲ 'ਤੇ ਆ ਗਿਆ, ਉਹਨੂੰ ਮੈਥਡ ਆ ਗਿਆ ਜੀਣ ਦਾ। ਸੋ ਸਾਹਿਬ ਪਾਤਸ਼ਾਹ ਬਿਆਨ ਕਰਦੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਤਰਸ ਕਰ, ਸਾਡਾ ਤੇਰੇ ਤੋਂ ਵਿਛੋੜਾ ਆ, ਅਸੀਂ ਅਵੇਅਰ ਨਹੀਂ ਇਸ ਬਾਬਤ, ਅਤੇ ਇਹਦੇ ਕਰਕੇ ਸਾਡੇ ਅਮਲਾਂ ਅਤੇ ਕਰਮਾਂ ਦੇ ਵਿੱਚ ਤੇਰੀ ਨੇੜਤਾ ਉਸ ਰੂਪ ਵਿੱਚ ਨਜ਼ਰ ਨਹੀਂ ਪੈਂਦੀ, ਅਤੇ ਉਸ ਦੂਰੀ ਕਰਕੇ, ਨੇੜਤਾ ਨਾ ਹੋਣ ਕਰਕੇ ਸਾਡਾ ਜੀਵਨ ਅਜੀਬ ਖੁਆਰੀ ਅਤੇ ਦੁੱਖਾਂ ਦਾ ਮੰਡਲ ਬਣ ਗਿਆ ਹੈ। ਬਿਲਕੁਲ 12ਵਾਂ ਰਚਨਾ ਸ਼ੁਰੂ ਇੱਥੋਂ ਹੁੰਦੀ ਹੈ, ਕਿਰਤ ਕਰਮ ਕੇ ਵਿਛੁੜੇ, ਆਪਣੇ ਹੀ ਬਣੇ ਹੋਏ ਸੁਭਾਅ, ਕੀਤੇ ਹੋਏ ਕੰਮਾਂ ਦੇ ਕਰਕੇ ਅਸੀਂ ਤੇਰੇ ਤੋਂ ਵਿਛੜ ਗਏ ਹਾਂ। ਤੇਰੇ ਅੱਗੇ ਅਰਦਾਸ ਹੈ, ਕਰ ਕਿਰਪਾ ਮੇਲੋ ਰਾਮ, ਹੇ ਰਮੇ ਹੋਏ ਤਰਸ ਕਰ, ਬਾਂਹ ਫੜ ਲੈ ਸਾਡੀ। ਫਿਰ ਓਟ ਆਸਰਾ ਤੇਰੇ ਤੋਂ ਬਿਨਾਂ ਸਾਡਾ ਕੋਈ ਹੈ ਨਹੀਂਗਾ, ਕਿਉਂਕਿ 4 ਕੁੰਠ ਦਹਿੰਦਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ। 4 ਕੁੰਠ ਮਤਲਬ 4 ਛੁਪੇਰਾ ਕਹਿ ਲਵੋ। ਦਿਸ ਕਹਿੰਦੇ ਦਿਸ਼ਾ ਨੂੰ, ਡਾਇਰੈਕਸ਼ਨ ਜਿਹੜੀ ਖਾਸ ਕਰਕੇ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਆ ਈਸਟ ਹੈ, ਵੈਸਟ ਆ, ਸਾਊਥ ਆ ਜਾਂ ਨਾਰਥ ਹੈ, ਇਸ ਤਰੀਕੇ ਨਾਲ ਫਿਰ ਉਹਨਾਂ ਦੇ ਕਾਰਨਰ ਜਿਹੜੇ ਬਣਦੇ ਨੇ ਉਸ ਰੂਪ ਦੇ ਵਿੱਚ 4 ਕਾਰਨਰ, ਅਤੇ ਫਿਰ ਇੱਕ ਅਪਰ ਸਾਈਡ ਅਸਮਾਨ ਅਤੇ ਇੱਕ ਲੋਅਰ ਸਾਈਡ ਧਰਤੀ। 8 ਤੇ 4, 8 ਤੇ 2 10 ਇਸ ਰੂਪ ਦੇ ਵਿੱਚ ਬਣ ਗਈਆਂ। ਸੋ 10 ਦਿਸ਼ਾਵਾਂ ਦੇ ਵਿੱਚ ਹਰ ਪਾਸੇ ਭਟਕਣ ਤੋਂ ਬਾਅਦ ਅਹਿਸਾਸ ਹੋਇਆ ਕਿ ਤੇਰੀ ਸ਼ਾਮ
तेरी शरण तो बिना साडा कल्याण नहीं हो सकता। सो इत्थों ये बाणी प्रारंभ हुंदी। इन्हां दोनों रचनावां दे विच भावें तुखारी है भावें माझ है, इहदे च विछोड़े की प्रबलता नूं दर्शाया गया। उस विछोड़े तो बाहर आउण वास्ते गुरु साहब ने बड़े ऑप्टिमिस्टिक वे दे नाल सानू आस दा पल्ला फड़ाया। जिवें भी बचन दूसरा पदा है, चेत गोबिंद आराधिया होवे आनंद कणा, भी कणे आनंद तक पहुँच सकती सुरत तेरी, पर चेत इकल्ले महीने का जिक्र नहीं गा, याद कर, चेते कर, सिमरन की प्रवृत्ति च लिया गया सारा। फिर उहदे च दूसरा पदा आपने पिछले महीने सरवण किया सीगा, वैसाख धीरन क्यों बांडियां जिन्ना प्रेम विछो। प्रेम दे विछोड़े च जिहड़े लोग विचरदे ने उन्होंने पता हुंदा कि आ मंजिले मकसूद है, आ राह है, पर पहुँचते क्यों नहीं। धीरज नहीं बजदा, हौसला टुटदा है, वार वार कालापन पैंदा हैगा, मतलब उस किस्म की प्रवृत्ति की बात हुंदी है। पर इहदे विच पेशेंस जिहड़ा आ, ये सब तो वड्डी ये कह लो कि एक तरह की की है टूवर्ड एनी काइंड ऑफ सक्सेस। एक प्रॉपर ग्रैजुअल मूव, उहदे विच कंप्लीट डिटरमिनेशन जो एक्ट किया जा रहा है, ते नाल दी नाल इंपेशेंट नहीं होना, बड़े पेशेंट दे नाल, बड़े धीरज दे नाल उहदे च अगे वधना हैगा। ये तां ही हो सकता है जे बंदे नूं ओहो जी कंपनी मिले, ओहो जिहा साथ मिले, ओहो जे विचार मिलन, ओहो जी राय मिले। इत्थे गुरु बाबा जी ने जिहड़ी बात की है, महाराज उस ऑप्टिमिस्टिक लैवल ते सानूं लैके आउंदे ते कहिंदे हर जेठ जुड़न लोड़ी है जिस अग्गे सब निवन। जो किसी बहुत हायर लैवल के गोल नूं अचीव करना होए ना, तो बंदा बाकी जिहड़ियां होर चीज़ां एनर्जी या साडी अटैंशन डाइवर्ट करने वालियां हुंदियां ने, उन्हां ते फोकस नहीं करता, उन्हां तो ध्यान अपना जिहड़ा हैगा हटा लैंदा आ। हुण ये जिहड़ी चीज़ आ, जेठ का मतलब ही की हुंदा है, श्रेष्ठ, सुपीरियर, वड्डा, उच्चा, सब तो बेअंत, मतलब जिन्हों कह लिया जाए कि ऑल माइटी, सुपीरियर उस लैवल ते। जो साडी मंजिले मकसूद एक सुपीरियर तक पहुँचण दी है, फिर भाई होर सब चीज़ां जिहड़ियां ने वो सानूं त्यागणियां पैणगियां। हुण आस्था दे लैवल ते ये हुंदा है कि बंदा छोटे छोटे धर्म कर्म करके अपने आप को सैटिस्फाइड कर लेंदा है। जे सपोज करो कोई किसी किस्म का छोटा मोटा नशा करदा आ, कोई थोड़ा बहुता बेईमानी कर लेंदा आ, कोई क्रोधवश हो के, कोई वासनावश हो के, कोई ईर्खा द्वैखवश हो के कोई अमल करदा आ, ते उसदे नाल कोई दूसरा उन्होंने रियलाइज़ करदा है, तो अपना कॉन्शियस उहदी उन्होंने आवाज़ देंदी, ज़मीर उहदा आवाज़ देंदा, दैट्स नॉट गुड, यू आर डूइंग समथिंग रॉन्ग। पर एक चीज़ होर आंदी, अंदरों आवाज़ आउंदी भी एटलीस्ट तू फलाना धर्म का काम तो करदा है ना, कर्मकांड, दैट मीन यू आर डूइंग रियली गुड। सो इहदे नाल की होया कि बंदे दे सुधार की गुंजाइश खत्म हो गई। कर्मकांड वैसे माड़े नहीं है, वैसे तो कोई जिहड़ा कर्म करदे दैट्स गुड आ, बट वो बंदे नूं एक फेक कॉन्फिडेंस दिंदा है कि या यू आर डूइंग रियली गुड, डोंट वरी, कीप ऑन डूइंग। इत्थे हालत ये बनती है कि जिवें गुरु महाराज दे बचन पढ़ते हैं, सब बयान करते, धर्म धर्म कर्म पाखंड जो दिसै तिन जम जागाती लूट है। बंदा धर्म कर्म दे पाखंड करता है। पाखंड का मायना यह होंदा है किसी चीज़ नूं खंडित कर लेना, कुछ चीज़ फॉलो कर लेनी, कुछ छड़ देनी, कंप्लीट पैकेज नहीं लेना। अपने मन पाउंदी चीज़ थोड़ी लै ली, बाकी त्याग दिती, बस इस किस्म के नाल। यह है सैल्फ चीट, अपने आप नाल धोखा। गुरु बाबा जी कहते ताको धोखा कहाँ व्यापै जां को ओठ तुहारी। जिहड़े उहदी बिल्कुल डीप लैवल ते बिलीव ते विश्वास की धारा च बच जाते हैं, उन्होंने धोखा नहीं। वो फिर क्यों? क्योंकि वह बाहरों धोखा कित्थों मिलेगा, अपने आप नाल ही धोखा नहीं करते हो। दे टोटली ऑनेस्ट टूवर्ड देमसैल्व्स कि भाई जो कर्म करना है 100%। एक चीज़ होर देख लीए,
ਅਸੀਂ ਕਈ ਵਾਰੀ ਵੈਸਟਰਨ ਐਜੂਕੇਸ਼ਨ ਨੂੰ ਬਹੁਤ ਬੁਰਾ ਭਲਾ ਕਹਿੰਦੇ ਹਾਂ, ਇਨਕਲੂਡਿੰਗ ਮੀ। ਆਮ ਆਲਸੋ ਐਕਚੁਅਲੀ ਆਮ ਨੋਟ excluding myself from that side. I also do sometime actually in comparison. And there are so many other people, very scholar people. I'm nothing compared to those people. But when we see the Eurocentric approach in education, at least the most of the approach is evidence based. मतलब ਜਿਹੜੀ ਹੈ ਤਾਰਕਿਕ ਵੇਦ ਨਾਲ ਪੜ੍ਹਾਈ ਜਾਂਦੀ ਹੈ। ਇਹਦੇ 'ਚ ਕਾਫੀ ਹੱਦ ਤੱਕ ਓਨੈਸਟ ਅਪਰੋਚ ਹੁੰਦੀ ਹੈ। ਇਸ ਅਪਰੋਚ ਦੇ ਨਾਲ ਵੈਸਟਰਨਾਈਜ਼ ਵਰਲਡ ਦੇ ਵਿੱਚ ਬੱਚੇ ਪੜ੍ਹਦੇ, ਬੱਚੇ ਅੱਗੇ ਵੱਧਦੇ। ਜੇ ਆਪਾਂ ਦੇਖੀਏ ਜਿਵੇਂ ਐਥਨਿਕ ਕਮਿਊਨਿਟੀਜ਼ ਨੇ, ਇਹਨਾਂ ਦੇ ਵਿੱਚ ਦੇਖਣ 'ਚ ਆਉਂਦਾ ਹੈ ਕਿ ਇਹ ਬੜੇ ਫੈਮਿਲੀ ਨੂੰ ਡੈਡੀਕੇਟਿਡ ਲੋਕ ਹੁੰਦੇ ਨੇ, ਬੜੇ ਫੈਮਿਲੀ ਓਰੀਐਂਟਿਡ ਇੱਕ ਅਪਰੋਚ ਨਾਲ ਜੀਵਨ ਚਲਾਉਂਦੇ ਨੇ ਆਪਣਾ। ਆਪ ਭਾਵੇਂ ਕਦੀ ਕੋਈ ਚੰਗਾ ਕੱਪੜਾ ਨਾ ਪਾਇਆ ਹੋਏ, ਹਰ ਜਗ੍ਹਾ 'ਤੇ ਪੈਨੀ ਪਿੰਚਰ ਬਣ ਕੇ ਰਹਿੰਦੇ ਹੋਣ, ਪਰ ਜਦੋਂ ਬੱਚਿਆਂ ਦੀ ਵਾਰੀ ਆਏ ਉਹਨਾਂ ਨੂੰ ਸਭ ਕੁਝ ਦੇ ਦੇਣਾ। ਉਹਨਾਂ ਲਈ ਮਹਿੰਗੀਆਂ ਕਾਰਾਂ ਵੀ ਲੈ ਆਉਣੀਆਂ ਨੇ। ਮੈਂ ਤਾਂ ਇੱਥੋਂ ਤੱਕ ਦੇਖਿਆ ਕਿ ਫਾਦਰ ਆਪ ਸਾਰੀ ਉਮਰ ਕੋਈ ਇੱਕ ਟੁੱਟੀ ਜਿਹੀ ਕਾਰ ਚਲਾ ਕੇ ਆਪਣੀ 20 ਸਾਲ ਦੀ, 25 ਸਾਲ ਦੀ, 30 ਸਾਲ ਦੀ ਜੋਬ ਕਰ ਲਈ। ਬੱਚੇ ਨੇ ਗ੍ਰੈਜੂਏਸ਼ਨ ਕੀਤੀ ਤਾਂ ਉਹਨੂੰ ਬਹੁਤ ਮਤਲਬ ਹਾਈ ਐਂਡ ਦੀ ਗੱਡੀ ਲੈ ਕੇ ਦਿੱਤੀ। ਇਹ ਕੀ ਹੈ? ਬੜਾ ਮਤਲਬ ਬੜਾ ਦੇ ਟਰਾਈ ਟੂ ਸ਼ੋ ਦੇਅਰ ਲਵ ਇਨ ਦੈਟ ਵੇ, ਦੇ ਟਰਾਈ ਟੂ ਐਕਚੁਅਲੀ ਇਹ ਸਭ ਚੀਜ਼ਾਂ ਕਰਦੇ। ਪਰ ਇਹਦੇ ਨਾਲ ਹੀ ਜੋ ਤੁਸੀਂ ਬੱਚਿਆਂ ਦੀ ਅਪਰੋਚ ਦੇਖਦੇ ਹੋ ਟੂਵਰਡ ਦੈਮ ਔਰ ਐਕਚੁਅਲੀ ਬਿਹੇਵੀਅਰ ਟੂਵਰਡ ਦੈਮ, ਸਮਟਾਈਮ ਉਹ ਕਹਿੰਦੇ ਇਟ ਹਰਟਸ। ਇਹ ਜਿਹੜਾ ਹੈਗਾ ਹਾਰਟ ਬ੍ਰੇਕਿੰਗ ਹੁੰਦਾ ਆ, ਕਿਉਂਕਿ ਉਹ ਬਿਲਕੁਲ ਇਸ ਚੀਜ਼ ਨੂੰ ਅੱਖੋਂ ਪਰੋਖੇ ਕਰ ਦਿੰਦੇ, ਬਲਕਿ ਮੋਸਟਲੀ ਕ੍ਰਿਟੀਸਾਈਜ਼ ਕਰਦੇ ਮਾਂ ਬਾਪ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ। ਅਤੇ ਇਹ ਸਾਰੇ ਦਾ ਫਿਰ ਕਈ ਵਾਰੀ ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀ ਵੀ ਐਸਾ ਹੋ ਕਿਉਂ ਰਿਹਾ ਆ, ਵਾਈ ਇਟਸ ਹੈਪਨਿੰਗ ਲਾਈਕ ਦੈਟ। ਇਹਦੇ ਪਿੱਛੇ ਵੀ ਯੂਰੋਸੈਂਟਰਿਕ ਅਪਰੋਚ ਆ, ਜਿਹੜੀ ਰੈਸ਼ਨਲ ਬੇਸਡ ਇੱਕ ਐਜੂਕੇਸ਼ਨ ਸਿਸਟਮ ਵਿੱਚ ਆਉਂਦੇ ਨੇ। ਕਿਉਂਕਿ ਉਹ ਜਦੋਂ ਚੀਜ਼ਾਂ ਨੂੰ ਕੰਪੇਅਰ ਕਰਦੇ ਨੇ, ਬਲੈਕ ਐਂਡ ਵਾਈਟ 'ਚ ਕਰਦੇ ਨੇ, ਅਤੇ ਖਾਸ ਕਰਕੇ ਉਸ ਏਜ ਜਦੋਂ ਅਸੀਂ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦੇ। ਹੁਣ ਬੱਚਾ 9, 10, 11, 12, 13 ਸਾਲ ਦਾ, ਉਹਦੇ ਅੰਦਰ ਫੈਮਿਲੀ ਦੇ ਬਾਰੇ, ਪਰਿਵਾਰ ਬਾਰੇ, ਆਪਣੇ ਵਿਰਸੇ, ਆਪਣੀ ਹੈਰੀਟੇਜ ਸਾਰੇ ਬਾਰੇ ਇੱਕ ਇਮੇਜ ਬਿਲਡ ਹੋ ਰਹੀ ਹੈ ਅੰਦਰ। ਜਦੋਂ ਇਮੇਜ ਬਿਲਡ ਹੋ ਰਹੀ ਹੈ ਤਾਂ ਉਹਦੇ 'ਚ ਕੀ ਹੁੰਦਾ ਕਿ ਉਹਦੇ ਅੰਦਰ ਹੁਣ ਤਸਵੀਰ ਬਣ ਕੇ ਬੈਠਣੀ ਹੈ ਮਾਂ ਦੀ, ਪਿਤਾ ਦੀ, ਪਰਿਵਾਰ ਦੇ ਦੂਜੇ ਮੈਂਬਰਸ ਦੀ, ਰਿਲੇਸ਼ਨਸ਼ਿਪਸ ਦੀ, ਸਿਬਲਿੰਗਸ ਦੀ, ਸਭ ਦੀ ਉਸ ਤਰੀਕੇ ਨਾਲ। ਈਵਨ ਪੂਰਾ ਵਰਲਡ ਉਹਨੇ ਅੰਦਰ ਆਪਣੇ ਸਜਾਣਾ ਹੈ, ਅਤੇ ਫਿਰ ਉਹਦੇ ਮੁਤਾਬਕ ਉਹਨੇ ਆਉਣ ਵਾਲੀ ਸਾਰੀ ਅਪਰੋਚ ਅਡਾਪਟ ਕਰ ਲੈਣੀ ਹੈ। ਹੁਣ ਤੱਕ ਤੇ ਉਹਦੇ ਲਈ ਮਾਂ ਬਾਪ ਰੱਬ ਸੀਗੇ, ਕਿਉਂਕਿ ਉਹਨਾਂ ਦੇ ਨਾਲ ਹੀ ਸੌਂਦਾ ਸੀ, ਉਹਨਾਂ ਦੇ ਨਾਲ ਹੀ ਖਾਂਦਾ ਸੀ, ਪੀਂਦਾ ਸੀ। ਅਤੇ ਹੁਣ ਉਹ ਕਹਿੰਦੇ ਕਿ ਜੋ ਇਹ ਕਹਿੰਦੇ ਨੇ ਦੈਟ ਇਜ਼ ਐਕਚੁਅਲੀ ਯੂਨੀਵਰਸਲ ਟਰੂਥ। ਇਹ ਸਭ ਤੋਂ ਵੱਡਾ ਸੱਚ ਹੈ। ਕੀ ਹੋਇਆ? ਇੱਕ ਤਾਂ ਇਹੋ ਜਿਹੇ ਸਰਚ ਇੰਜਨ ਆ ਗਏ, ਚੀਜ਼ਾਂ ਆ ਗਈਆਂ, ਦੇ ਕੈਨ ਗੂਗਲ ਰਾਈਟ ਵੇ, ਦੇ ਕੈਨ ਐਕਚੁਅਲੀ ਉਸ ਤਰੀਕੇ ਨਾਲ ਸੋਰਸ ਚੈੱਕ ਕਰਦੇ। ਕਈ ਵਾਰ ਮਾਂ ਬਾਪ ਦੀ ਇਨਫੋਰਮੇਸ਼ਨ ਉਹ ਸਾਰੀ ਉਹਦੇ ਨਾਲ ਮੈਚ ਨਾ ਕਰਦੀ, ਅਤੇ ਪਤਾ ਲੱਗਦਾ ਇਹ ਕੈਲੀਬਰ ਇਹਨਾਂ 'ਚ ਹੈ ਨਹੀਂ ਗਾ, ਇੱਕ ਚੀਜ਼ ਚਲੀ ਗਈ, ਇਹ ਲੈਵਲ ਲੋ ਹੋ ਗਿਆ, ਕਿਉਂਕਿ ਕ੍ਰੈਡੀਬਲ ਨਹੀਂ ਰਹਿ ਗਏ ਹੁਣ। ਦੂਸਰਾ, ਉਹ ਇਸ ਚੀਜ਼ 'ਤੇ ਫੋਕਸ ਕਰਦੇ, ਝੂਠ ਨਹੀਂ ਬੋਲਣਾ, ਲਾਈ ਨਹੀਂ ਕਰਨਾ, ਨੈਵਰ ਟਰਾਈ ਟੂ ਚੀਟ ਸਮਵਨ, ਨੈਵਰ ਡੂ ਐਨੀਥਿੰਗ ਬੈਡ, ਆਲਵੇਜ਼ ਸਪੀਕ ਇਨ ਐਕਚੁਅਲੀ ਗੁੱਡ ਮੈਨਰਸ, always try to show love and affection, always try to care actually your family। ਉਹ ਸਭ ਕੁਛ ਕਿਤੇ ਕੁਝ ਦਿਨ ਹੁੰਦੇ ਜਿਹਦੇ 'ਚ ਗਰੋਨ ਅਪ ਜਿਹੜੇ ਨੇ ਉਹ ਵੀ ਕੋਈ ਇਸ ਚੀਜ਼ ਨੂੰ ਭੁੱਲ ਜਾਂਦੇ। ਉਹ ਘਰ ਬੈਠਾ ਬਾਪ ਕਹਿ ਦਿੰਦਾ ਕਿਸੇ ਨੂੰ, ਉਹ ਭਈ ਮੈਂ ਤੇ ਨਹੀਂ, ਮੈਂ ਕੱਲ੍ਹ ਨੂੰ ਘਰ ਹੀ ਨਹੀਂ ਹੈਗਾ, ਮੈਂ ਤਾਂ ਕਿਤੇ ਬਾਹਰ ਜਾ ਰਿਹਾ। ਅਤੇ ਬੱਚੇ ਨੂੰ ਪਤਾ ਵੀ ਜਾ ਤੇ ਕਿਤੇ ਇੱਥੇ ਹੀ ਹੈ। ਉਹ ਕਹਿੰਦੇ ਨਹੀਂ ਮੈਂ ਘਰੋਂ ਬਾਹਰ ਹਾਂ, ਮੈਂ ਫੋਨ 'ਤੇ ਕਹਿ ਰਿਹਾ। ਹੁਣ ਬੱਚਾ ਕਹਿੰਦਾ ਦੇ ਆਰ ਹਿਪੋਕਰੇਟ। ਉਹ ਨਾ ਵੀ ਮੂੰਹ ਤੋਂ ਕਹੇ, ਉਹਦੇ ਮਨ ਵਿੱਚ ਅੰਦਰ ਚਲੀ ਗਈ ਤਸਵੀਰ, ਦੇ ਆਰ ਲਾਇੰਗ, ਝੂਠ ਬੋਲਦੇ ਆ। ਹੁਣ ਇਹ ਸਭ ਚੀਜ਼ਾਂ ਜਦੋਂ ਹੋ ਜਾਂਦੀਆਂ ਤੇ ਫਿਰ ਹੁੰਦਾ ਕੀ ਹੈ, ਉਹਨਾਂ ਦਾ ਜਿਹੜਾ ਧਰਮ ਕਰਮ ਆ ਜਾਂ ਜੋ ਤੁਸੀਂ ਉਹਨੂੰ ਵਿਰਾਸਤ 'ਚ ਦੇਣਾ ਚਾਹੁੰਦੇ ਹੋ, ਸਭ ਚੀਜ਼ਾਂ ਉਹ ਵੀ ਮੀਨਿੰਗਲੈਸ ਹੋਣੀਆਂ ਸ਼ੁਰੂ ਹੋ ਜਾਂਦੀਆਂ।
ਜਦੋਂ ਗੁਰੂ ਬਾਬਾ ਜੀ ਕਹਿੰਦੇ ਨਾ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ। ਸ੍ਰੇਸ਼ਟ ਨੂੰ ਫੜ, ਸੁਪੀਰੀਅਰ ਨੂੰ ਫੜ, ਹਾਇਰ ਨੂੰ ਫੜ। ਹਾਇਰ ਰੱਬ ਹੈ, ਰੱਬ ਦਾ ਨਾਂ ਆ, ਉੱਥੇ ਪਹੁੰਚਣਾ ਆ। ਜਿੰਨੀ ਵੱਧ ਤੋਂ ਵੱਧ ਐਫਰਟ ਹੋ ਸਕੇ ਓਨੈਸਟ ਅਪਰੋਚ ਅਡਾਪਟ ਕਰ ਲਾਈਫ ਬਾਰੇ, ਆਲੇ ਦੁਆਲੇ ਬਾਰੇ। ਇਹੀ ਰੱਬ ਹੈ, ਇਹੀ ਰੱਬ ਦੀ ਅਹਿਸਾਸੀਅਤ ਆਪਣੀ ਸੁਰਤ ਵਿੱਚ। ਉਹਦੇ ਨਿਰਮਲ ਭੈ ਵਿੱਚ ਰਹਿਣਾ, ਜਿੱਥੇ ਕਿੱਥੇ ਉਹਦਾ ਅਹਿਸਾਸ ਰੱਖਣਾ। ਹਰ ਗੱਲ ਕਰਦਿਆਂ, ਹਰ ਕਰਮ ਕਰਦਿਆਂ ਇਹੀ ਸਿਮਰਨ ਹੈ ਨਾ। ਜੇ ਆਪਾਂ ਇੱਕ ਜਗ੍ਹਾ ਤੇ ਭੁੱਲ ਗਏ, ਦੂਜੀ ਜਗ੍ਹਾ ਤੇ ਯਾਦ ਕਰ ਰਹੇ, ਤੀਜੀ ਜਗ੍ਹਾ ਤੇ ਫਿਰ ਭੁੱਲ ਗਏ, ਮੀਨ ਅਸੀਂ ਤੇ ਵਸਾਰ ਦਿੱਤਾ। ਤੇ ਹਰ ਬਿਸਰਤ ਸਦਾ ਖੁਆਰੀ, ਫਿਰ ਤੇ ਖੁਆਰੀ ਹੋਏਗੀ। ਤੇ ਖੁਆਰੀ ਇਹੀ ਹੈ, ਬੰਦਾ 20 ਸਾਲ ਬਾਅਦ, 25 ਸਾਲ ਬਾਅਦ ਕਹਿੰਦਾ ਪਲੀਜ਼ ਹੈਲਪ ਮੀ ਟੂ ਕਮ ਆਊਟ ਆਫ ਦਿਸ ਕਾਈਂਡ ਆਫ ਪ੍ਰੋਬਲਮ, ਬਿਕੋਜ਼ ਮੇਰੇ ਬੱਚਿਆਂ ਨਾਲ, ਪਰਿਵਾਰ ਨਾਲ, ਭੈਣ ਭਰਾਵਾਂ ਨਾਲ। ਭਾਈ ਗੱਲ ਇਹ ਹੈ, ਬੀਜ ਕਦੋਂ ਬੀਜੇ ਸੀ ਭਾਈ? ਇਹ ਤੇ 15 ਸਾਲ ਪਹਿਲਾਂ ਦੀ ਗੱਲ ਕਰ ਰਹੇ ਨੇ ਵੀ ਭਾਈ ਬੀਜ ਉਦੋਂ ਬੀਜਿਆ ਗਿਆ ਸੀਗਾ, ਤੇ ਬੀਜਿਆ ਗਿਆ ਸੀ ਇਹਨਾਂ ਦੀ ਸੁਰਤ ਵਿੱਚ, ਤੇ ਇਹਨਾਂ ਲਗਾਤਾਰ ਉਹਨੂੰ ਪਾਲਿਆ, ਸੰਭਾਲਿਆ। ਹੁਣ ਗਰੋ ਕਰ ਗਿਆ ਪੂਰੀ ਤਰ੍ਹਾਂ, ਹੁਣ ਫਲ ਲੱਗ ਰਹੇ ਨੇ ਅੱਗੇ। ਤੇ ਫਲ ਕੰਡਿਆਂ ਦੇ ਨੇ ਭਾਈ, ਹੁਣ ਤੇ ਚੁਗਣੇ ਪੈਣਗੇ। ਨਥਿੰਗ ਐਲਸ ਵੀ ਕੈਨ ਡੂ, ਵੀ ਹੈਵ ਟੂ ਐਕਸੈਪਟ ਇਟ। ਇਹ ਚੀਜ਼ ਜਿਹੜੀ ਹੈ, ਇਹ ਸਾਰੇ ਤੋਂ ਬਚਣ ਦਾ ਤਰੀਕਾ ਮੈਂ ਨਾਰਥ ਅਮਰੀਕਨ ਸੋਸਾਇਟੀ ਦੀ ਐਗਜ਼ਾਮਪਲ ਕਰਕੇ ਤਾਂ ਪਾ ਰਿਹਾ, ਬਿਕੋਜ਼ ਉਹ ਐਕਸਪੀਰੀਅੰਸ ਐਵਰੀ ਡੇ ਦੀਸ ਥਿੰਗਸ। ਇੱਥੇ ਗੁਰੂ ਸਾਹਿਬ ਬਿਆਨ ਕਰਦੇ, ਉਹ ਬੰਦੇ ਹਰ ਜੇਠ ਜੁੜਨ ਦਾ ਲੋੜ ਹੀ ਹੈ, ਕਿਉਂਕਿ ਤੂੰ ਉੱਥੋਂ ਤੱਕ ਪਹੁੰਚਣਾ ਆ, ਉਸ ਮਲਾਪ ਤੱਕ। ਉਸ ਨੂੰ ਸਭ ਤੋਂ ਸੁਪੀਰੀਅਰ ਕਿਹਾ ਗਿਆ ਹੈ। ਉਹਦੇ ਨਾਲ ਮਿਲਣਾ ਲੋਚਦਾ ਆ ਜਿਸ ਅੱਗੇ ਸਭ ਨਿਵੰਨ, ਜਿਹਦੇ ਅੱਗੇ ਸਭ ਕੁਝ ਨਿਵਿਆਂ ਝੁਕਿਆ ਪਿਆ। ਹੁਣ ਇਹ ਵੀ ਹੈ ਕਿ ਨੋ ਡਾਊਟ ਅਸੀਂ ਕਹਿੰਦੇ ਹਾਂ ਵੀ ਸਰਕਮਸਟੈਂਸਸ ਇਹੋ ਜਿਹੇ ਬਣ ਗਏ, ਹਾਲਾਤ ਐਵੇਂ ਦੇ ਬਣ ਗਏ, ਕਈਆਂ ਦੀ ਕਿਸਮਤ ਹੀ ਬੜੀ ਚੰਗੀ ਹੈ, ਸਾਡੀ ਕਿਸਮਤ ਹੀ ਬੜੀ ਮਾੜੀ ਹੈ। ਸਭ ਕਹਿੰਦੇ ਉਹਦੇ ਅੱਗੇ ਸਭ ਕੁਝ ਨਿਵਿਆਂ ਹੈ। ਕੀ ਕਿਸਮਤ, ਕੀ ਕਰਮ, ਕੀ ਬੰਦੇ ਦਾ ਭਾਗ, ਹਰ ਚੀਜ਼ ਉਹ ਵੱਡਾ ਆ। ਪਰ ਜਦੋਂ ਉਹਨੂੰ ਵੱਡਾ ਸਮਝਾਂਗੇ, ਉਸ ਲੈਵਲ ਤੇ ਅਹਿਸਾਸਾਂਗੇ, ਤੇ ਪਲ ਪਲ ਅਹਿਸਾਸਾਂਗੇ, ਲਗਾਤਾਰ ਐਵੇਂ ਚੱਲੇਗਾ, ਫਿਰ ਉਹਦੇ ਅੱਗੇ ਸਭ ਚੀਜ਼ ਨਿਭ ਜਾਏਗੀ, ਛੋਟੀ ਹੋ ਜਾਏਗੀ। ਜਦੋਂ ਉਹ ਕਰਮ ਕਰੇਗਾ, ਜਦੋਂ ਉਹ ਤਰਸ ਕਰੇਗਾ, ਉਹਦੇ ਪੈਰ ਦੇ 'ਚ ਸਭ ਦੇ ਪੈਰ ਸਮਾ ਜਾਣਗੇ। ਉਹ ਸਭ ਤੋਂ ਵੱਡਾ ਹੋ ਗਿਆ ਨਾ, ਸ਼੍ਰੇਸ਼ਟ ਹੋ ਗਿਆ। ਹਰ ਜੇਠ ਜੁਲਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ। ਦਾਵਣ ਦਾਮਨ ਨੂੰ ਕਿਹਾ ਜਾਂਦਾ ਬੇਸਿਕਲੀ। ਜਦੋਂ ਉਹਦਾ ਦਾਮਨ ਫੜ ਲਈਏ, ਫਿਰ ਸਭ ਕਹਿੰਦੇ ਕਿਸੇ ਨਾ ਦੇਈ ਬੰਨ, ਫਿਰ ਕੋਈ ਤੁਹਾਨੂੰ ਰੋਕ ਨਹੀਂ ਸਕਦਾ। ਫਿਰ ਤੁਹਾਨੂੰ ਕਿਸੇ ਕਿਸਮ ਦੀ ਜੀਵਨ 'ਚ ਰੋਕ ਨਹੀਂ ਹੈ। ਜਿਹਦੀ ਜਾਂਕਾ ਮੀਤ ਸਾਜਨ ਹੈ ਛਮੀਆਂ, ਤਿਸ ਜਨ ਕੋ ਕਹੋ ਕਾਂਕੀ ਕਮੀਆਂ। ਜਿਹਦਾ ਸੱਜਣ ਹੀ ਉਹ ਬਣ ਗਿਆ, ਜੀਵਨ 'ਚ ਕਮੀ ਕੀ ਰਹਿ ਗਈ ਫਿਰ? ਪਰ ਸਾਹਿਬ ਕਹਿੰਦੇ ਜਿਹਦਾ ਉਹ ਸੱਜਣ ਨਾ ਬਣਿਆ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ, ਫਿਰ ਜੀਵਨ ਬਰਬਾਦੀ ਹੈ। ਉਹਦੇ ਨਾਲ ਹੀ ਸਾਂਝ ਪਾ, ਕਰਤਾਰੀ ਹਸਤੀ ਦੇ ਨਾਲ। ਫਿਰ ਇੱਥੇ ਜਿਵੇਂ ਮੈਂ ਗੱਲ ਕਰ ਰਿਹਾ, ਇਟ ਸੀਮਸ ਲਾਈਕ ਕੋਈ ਇੱਕ ਸਾਡੇ ਤੋਂ ਬਾਹਰੀ ਕੋਈ ਰੱਬੀ ਹਸਤੀ ਹੈ, ਕੋਈ ਵਿਅਕਤੀ ਹੈ, ਕੋਈ ਸ਼ਕਤੀ ਹੈ, ਕੋਈ ਮੂਰਤੀ ਹੈ, ਅਸੀਂ ਉਹਦੇ ਨਾਲ ਐਸੋਸੀਏਸ਼ਨ ਬਣਾਉਣੀ ਹੈ। ਨਾ, ਇਟਸ ਆਲ ਸਕੂਲ ਆਫ ਥਾਟ। ਇਹ ਸਾਰੇ ਦੀ ਸਾਰੀ ਸ਼ਬਦ ਦੇ ਆਵਰਣ ਦੇ ਵਿੱਚ ਸਿੱਖਿਆਤਮਕ ਪੱਖ ਆ। ਇਹ ਆਪਣੇ ਆਪ ਨੂੰ ਐਜੂਕੇਟ ਕਰਕੇ ਵੀ ਹੈਵ ਟੂ ਫੋਲੋ ਦਾ ਪਾਥ ਆਫ ਟੀਚਿੰਗਸ ਐਂਡ ਸਪੈਸ਼ਲੀ ਗੁਰੂਜ਼ ਟੀਚਿੰਗਸ। ਜਿੰਨੇ ਅਸੀਂ ਜ਼ਿਆਦਾ ਉਹਦੇ ਨਾਲ ਡੈਡੀਕੇਟਡ ਹੋ ਕੇ ਜਾਵਾਂਗੇ, ਗੁਰੂ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਜੀਵਨ ਵਿੱਚ ਕੋਈ ਕੋਈ ਉਸ ਤਰੀਕੇ ਨਾਲ ਰੋਕ ਟੋਕ ਨਹੀਂ ਰਹੇਗੀ। ਤੁਹਾਡਾ ਜੀਵਨ ਸਵਸਥਿਤ ਹੋ ਕੇ ਉਸ ਰੂਪ ਦੇ ਵਿੱਚ ਬੜਾ ਸੁਚੱਜੇ ਢੰਗ ਦੇ ਨਾਲ ਉਸ ਪਾਸੇ ਨੂੰ ਤੁਰ ਪਏਗਾ। ਸੋ ਇਸ ਕਰਕੇ ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬਨ। ਮਾਣਕ ਮੋਤੀ ਨਾਮ ਪ੍ਰਭੂ ਨੂੰ ਲੱਗਿਆ ਨਾਹੀ ਸਨ। ਮਾਣਕ ਮੋਤੀ ਨਾਮ ਪ੍ਰਭ। ਮਾਣਕ ਮੋਤੀ ਬਹੁਤ ਕੀਮਤੀ ਚੀਜ਼ ਕਹਿ ਲਓ, ਕੋਈ ਪਰਲ, ਜੇਮਸ ਜਾਂ ਡਾਇਮੰਡ ਦੀ ਤਰ੍ਹਾਂ ਜਿਹੜੀ ਚੀਜ਼ ਹੁੰਦੀ ਹੈ। ਅਤੇ ਇਹਦੇ 'ਚ ਇਹ ਹੈ ਕਿ ਜਿੱਥੇ ਕੀਮਤੀ ਚੀਜ਼ ਹੋਏਗੀ ਉੱਥੇ ਡਰ ਵੀ ਹੋਏਗਾ, ਕੋਈ ਚੁਰਾ ਲਏਗਾ, ਕੋਈ ਚੋਰੀ ਕਰ ਲਏਗਾ। ਬੰਦੇ ਦੇ ਕੋਲ ਜਿਹੜਾ ਸਰਮਾਇਆ ਆ, ਭਾਵੇਂ ਉਹ ਮੂਵੇਬਲ ਆ, ਭਾਵੇਂ ਨੋਨ ਮੂਵੇਬਲ ਆ, ਕਿਸੇ ਤਰ੍ਹਾਂ ਦਾ ਵੀ ਐਸਟ ਪ੍ਰੋਪਰਟੀ ਹੈ, ਇਹ ਸਭ ਖੁੱਟ ਸਕਦਾ ਆ, ਚੋਰੀ ਹੋ ਸਕਦਾ ਆ, ਨੁਕਸਾਨ ਹੋ ਸਕਦਾ। ਜਿਹੜੀ ਚੀਜ਼ ਇਹ ਤੋਂ ਨਹੀਂ ਲਈ ਜਾ ਸਕਦੀ ਬੰਦੇ ਤੋਂ, ਉਹ ਇਹਦਾ ਕੈਲੀਬਰ, ਇਹਦਾ ਕਰੈਕਟਰ, ਇਹਦਾ ਉਹ ਸੋਚ ਦਾ ਬੇਸ, ਜਿਹਦੇ ਉੱਤੇ ਸਾਰਾ ਪਰਸੋਨਾ
ਇਹਦੀ ਹਸਤੀ ਹੋਲ ਪਰਸਨ ਜਿਹੜਾ ਹੈਗਾ ਉਹ ਬਿਲਟ ਹੁੰਦਾ ਆ। ਗੁਰੂ ਬਾਬਾ ਜੀ ਕਹਿੰਦੇ ਜੇ ਬੇਸ ਕਲੈਵਰ ਮਾਈਂਡ ਆ, ਅਲਟੀਮੇਟਲੀ ਕੋਈ ਸਾਡੇ ਤੋਂ ਕਲੈਵਰ ਆਏਗਾ, ਸਾਡੀ ਚਲਾਕੀ ਨੂੰ ਮਾਤ ਪਾ ਜਾਏਗਾ। ਤੇ ਹੁੰਦਾ ਆ, ਲੋਕ ਪਾਰਟਨਰਸ਼ਿਪ ਕਰਦੇ, ਇੱਕ ਚਲਾਕ ਦੋ ਚਲਾਕ ਰਲੇ, ਕੰਮ ਚੱਲ ਪਿਆ, ਦੋਨਾਂ ਚਲਾਕਾਂ ਰਲ ਕੇ ਆਲੇ ਦੁਆਲੇ ਠੱਗੀ ਚੋਰੀ ਠਾਰੀ ਕੀਤੀ, ਸਭ ਚੀਜ਼ਾਂ ਬੜੇ ਖੁਸ਼। ਇੱਕ ਦਿਨ ਕੀ ਹੋਇਆ, ਦੋਵਾਂ 'ਚ ਇੱਕ ਚਲਾਕ ਜ਼ਿਆਦਾ ਨਿਕਲ ਗਿਆ, ਪਤਾ ਲੱਗਾ ਓ ਮਾਈ ਗॉश ਇਹ ਤੇ ਸਾਰਾ ਕੁਝ ਲੁੱਟ ਗਿਆ। ਤੇ ਰੋਜ਼ ਹੁੰਦਾ ਇਸ ਤਰੀਕੇ ਦੇ ਨਾਲ। ਇਹ ਸਭ ਚੀਜ਼ਾਂ ਜਿਹੜੀਆਂ ਇਹ ਸਭ ਰੂਪ ਵਿੱਚ ਹੁੰਦੀਆਂ। ਆ ਵੈਨਕੂਵਰ ਦੇ ਗੈਂਗਵਾਰ ਸੁਣਦੇ ਹੋਵੋਗੇ, ਰੀਸੈਂਟਲੀ ਬੜਾ ਚਰਚਾ ਹੋ ਰਿਹਾ ਉੱਥੇ। ਬੜੀ ਮੇਰੇ ਖਿਆਲ 6 ਹਫ਼ਤਿਆਂ ਦੇ ਵਿੱਚ 8-9 ਕਤਲ ਹੋ ਗਏ ਨੇ ਜਿਹੜੇ ਮੇਨ ਉਸ ਰੂਪ ਦੇ ਵਿੱਚ, ਐਂਡ ਸ਼ਰੇਆਮ ਕਮਿਊਨਿਟੀ ਦੇ ਵਿੱਚ। ਸਮਟਾਈਮ ਪੀਪਲ ਸੇ ਵਾਈ ਇਟਸ ਹੈਪਨਿੰਗ। ਉਹਦੇ ਬਹੁਤ ਸਾਰੇ ਰੀਜ਼ਨ ਨੇ। ਜੇ ਮੋਟੇ ਰੀਜ਼ਨ ਕਹੇ ਜਾਣ ਤੇ ਪਹਿਲਾ ਰੀਜ਼ਨ ਤੇ ਇਹ ਹੈ ਕਿ ਏਜ ਦਾ ਇੱਕ ਪੜਾਅ ਹੁੰਦਾ ਜਿਹਦੇ 'ਚ ਜਿਹੜੀ ਫੈਮਿਲੀ ਦੀਆਂ ਜੋ ਕੁਝ ਵੇਖਿਆ ਫੈਮਿਲੀ ਦੇ ਵਿੱਚ ਵੀ ਕੂਲ ਕਾਰਾਂ, ਮਹਿੰਗੀਆਂ ਅਪਾਰਟਮੈਂਟਸ, ਮੈਂਸ਼ਨਸ, ਸ਼ੋ ਆਫ ਕਰਨ ਵਾਲਾ ਲਾਈਫ ਸਟਾਈਲ ਉਹ ਅਪੀਲ ਕਰਦਾ ਹੋਏ, ਅਤੇ ਉਹ ਫੈਮਿਲੀ ਵੈਲਿਊ ਵੀ ਕਰਦੀ ਹੋਏ। ਫੈਮਿਲੀ 'ਚ ਐਵੇਂ ਹੁੰਦਾ, ਵੈਲਿਊ ਕਰਦੇ, ਲੋਕ ਚਰਚਾ ਕਰਦੇ, ਆਪਣੇ ਕੋਲ ਨਹੀਂ ਹੈਗਾ ਪਰ ਜਿਹਦੀ ਗੱਲ ਕਰਦੇ ਘਰ ਦੇ ਵਿੱਚ, ਭਾਈ ਬੜੀ ਜ਼ਿੰਦਗੀ ਵਧੀਆ, ਚੰਗੀ ਕਿਸਮਤ ਹੈ, ਵੱਡਾ ਟਰੱਕ ਲਈ ਫਿਰਦਾ, ਵੱਡੀ ਗੱਡੀ ਹੈ, ਵੱਡਾ ਮਹਿੰਗਾ ਘਰ ਹੈ, ਇਸ ਕਿਸਮ ਦੀ ਗੱਲ ਹੁੰਦੀ। ਬੱਚੇ ਨੂੰ ਲੱਗਦਾ ਇਹੀ ਜ਼ਿੰਦਗੀ ਹੈ। ਕੋਈ ਉਸ ਨੂੰ ਇਸ ਦੇ ਬਾਬਤ ਕਹਿੰਦਾ, ਕੈਂਡੀ ਸੱਟਦਾ, ਯੂ ਕੈਨ ਆਲਸੋ ਹੈਵ ਇਟ ਬਟ ਹਾਊ, ਜਸਟ ਫੋਲੋ ਆਵਰ ਪਾਥ, ਤੁਰ ਪੈਂਦਾ ਉਸ ਰਾਹ 'ਤੇ। ਹਾਲਾਂਕਿ ਲੌਂਗ ਰਨ ਦੇ ਵਿੱਚ ਜ਼ਿੰਦਗੀ ਨਹੀਂ ਹੈ, ਉੱਥੇ ਚੀਜ਼ਾਂ ਕੀ ਕਰਨਗੀਆਂ, ਨਥਿੰਗ। ਇਹ ਤਾਂ ਸਭ ਖੇਡ ਆ, ਪਰ ਮੈਨੂਪੂਲੇਟ ਹੋ ਜਾਂਦੀ ਮਨੁੱਖੀ ਜਿਹੜਾ ਮਨ ਆ। ਪਰ ਉਹਨਾਂ ਨੂੰ ਇਹ ਅਹਿਸਾਸਿਆ ਜਾਂਦਾ, ਉਹ ਕਹਿੰਦੇ ਕਿ ਅੱਛਾ ਦੂਜੇ ਕਿਉਂ ਨਹੀਂ ਕਰ ਪਾਏ, ਦੂਜਿਆਂ ਨੇ ਕਿਉਂ ਨਹੀਂ ਇਹ ਸਭ ਕੁਝ ਬਣਾ ਲਿਆ। ਉਹ ਕਹਿੰਦੇ ਦੇ ਆਰ ਨੋਟ ਦੈਟ ਸਮਾਰਟ, ਦੇ ਆਰ ਨੋਟ ਦੈਟ ਕਾਈਂਡ ਆਫ ਬਰੇਵ ਪੀਪਲ, ਯੂ ਆਰ ਦਾ ਬਰੇਵ ਵਨਸ, ਯੂ ਆਰ ਦਾ ਸਮਾਰਟ ਵਨਸ। ਇਹਦੇ ਨਾਲ ਬੰਦੇ ਦੀ ਈਗੋ ਬੂਸਟ ਹੁੰਦੀ। ਕਹਿੰਦਾ ਹਾਂ ਵਾਕਿਆ 'ਚ ਗੱਲ ਠੀਕ ਹੈ। ਇਹ ਤਾਂ ਸਾਰੇ ਡਰਦੇ, ਟੀਚਰ ਤੋਂ ਡਰਦੇ, ਮਾਂ ਬਾਪ ਤੋਂ ਡਰਦੇ, ਸੁਸਾਇਟੀ ਤੋਂ ਡਰਦੇ, ਅਥਾਰਟੀ ਤੋਂ ਡਰਦੇ। ਮੈਂ ਬਰੇਵ ਹਾਂ, ਮੈਂ ਸਮਾਰਟ ਹਾਂ, ਮੈਂ ਇਹਨਾਂ ਨੂੰ ਜਿਹੜਾ ਹੈਗਾ ਮੂਰਖ ਬਣਾ ਸਕਦਾ। ਬਸ ਇੱਥੋਂ ਫਿਰ ਕੰਮ ਸ਼ੁਰੂ ਹੁੰਦਾ। ਫਿਰ ਉਹ ਕੁਝ 2-4 ਜਣੇ ਰਲ ਕੇ ਉਹ ਕੰਮ ਕਰਨਾ ਚਾਹੁੰਦੇ, ਫਿਰ ਇੱਕ ਵਿੱਚੋਂ ਬੀਟਰੇਟ ਕਰਦਾ, ਫਿਰ ਕਹਿੰਦਾ ਅੱਛਾ ਐਵੇਂ ਕਿਵੇਂ ਕੀਤਾ, ਫਿਰ ਮੈਂ ਤੈਨੂੰ ਜਿਉਣ ਨਹੀਂ ਦਿਆਂਗਾ। ਕਿਉਂ? ਕਿਉਂਕਿ ਮੈਂ ਜ਼ਿਆਦਾ ਦਲੇਰ ਹਾਂ, ਮੈਂ ਜ਼ਿਆਦਾ ਤਗੜਾ, ਮੈਂ ਜ਼ਿਆਦਾ ਸਮਾਰਟ ਹਾਂ। ਹੋ ਗਿਆ ਸ਼ੁਰੂ ਕੰਮ। ਫਿਰ ਇਹ ਇਸ ਰੂਪ ਦੇ ਵਿੱਚ ਐਕਚੁਅਲ ਲੈਵਲ 'ਤੇ ਜਿਹੜਾ ਬੇਸ ਆ ਸੋਚ ਦਾ, ਜੇ ਉਹ ਕਲੈਵਰ ਮਾਈਂਡ ਆ, ਕਲੈਵਰਨੈਸ ਆ, ਮਰੇਗਾ ਬੰਦਾ। ਜੇ ਉਹ ਕਿਸੇ ਕਿਸਮ ਦਾ ਵੀ ਇਨਫਲੂਐਂਸ ਹੈ ਜਿਹੜਾ ਸੋਲਿਡ ਨਹੀਂ ਗਾ, ਉਹ ਮਰੇਗਾ। ਗੁਰੂ ਬਾਬਾ ਜੀ ਕਹਿੰਦੇ ਮਾਣਕ ਮੋਤੀ ਨਾਮ ਪ੍ਰਭ, ਇਹਦਾ ਹੀ ਬੇਸ ਬਣਾ। ਰੱਬ ਦਾ ਨਾਮ, ਰੱਬ ਦੀ ਹਸਤੀ, ਵੱਡੇ ਵਿਸ਼ਵਾਸ ਵਿੱਚ ਰਹਿਣਾ, ਯੂਨੀਵਰਸਲ ਲਾਅ ਨੂੰ ਫੋਲੋ ਕਰਨਾ, ਕਰਤਾਰ ਦੇ ਉਸ ਰੰਗ ਨੂੰ ਉਹਦੇ ਵਿੱਚ ਰਹਿਣਾ। ਸਭ ਕਹਿੰਦੇ ਉਨ ਲੱਗਾ ਨਾ ਹੀ ਸੰਨ, ਉਹਨੂੰ ਧਰਤੀ 'ਤੇ ਕਦੀ ਕੋਈ ਚੋਰੀ ਨਹੀਂ ਲੱਗ ਸਕਦੀ, ਸੰਨ ਨਹੀਂ ਲੱਗ ਸਕਦੀ। ਹਾਂ ਵਕਤੀ ਤੌਰ 'ਤੇ ਭਲੇ ਲੋਕ, ਚੰਗੇ ਲੋਕ ਅਖਵਾਉਣ ਵਾਲੇ ਵੀ, ਉਹਨਾਂ ਨਾਲ ਵੀ ਆਲੇ ਦੁਆਲੇ ਥੋੜ੍ਹਾ ਬਹੁਤਾ ਸਾਨੂੰ ਲੱਗਦਾ ਵੀ ਬੁਰਾ ਹੋਇਆ, ਪਰ ਡੀਪ ਲੈਵਲ 'ਤੇ ਆ ਲੌਂਗ ਟਰਮ ਵਿੱਚ ਦੇਖੋਗੇ ਤੇ ਪਤਾ ਲੱਗਾ ਬੜਾ ਬੈਨੀਫਿਟ ਹੋਇਆ ਉਹਨਾਂ ਨੂੰ। ਤੇ ਬਲਕਿ ਉਹ ਚੀਜ਼ ਤੇ ਮਨਿਊਰ ਬਣ ਗਈ ਉਹਨਾਂ ਵਾਸਤੇ, ਉਹਨਾਂ ਲਈ ਤੇ ਬੜੀ ਵਧੀਆ ਹੋ ਗਈ। ਗੁਰੂ ਸਾਹਿਬ ਕਹਿੰਦੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ, ਉਹ ਵਾਲੀ ਬਾਤ ਬਣਨੀ ਹੈ ਇਹਦੇ ਵਿੱਚ। ਕਿਆ ਰੰਗ ਰਸਬੇ ਨਾਰਾਇਣ ਹੈ ਜੇਤੇ ਮਨ ਪਾਵਨ। ਬਾਕੀ ਜੀਵਨ ਦੇ ਸਭ ਰੰਗ ਇਹ ਨਾਰਾਇਣ ਦੇ ਰੰਗ ਨੇ। ਛੋਟੀਆਂ ਛੋਟੀਆਂ ਖੁਸ਼ੀਆਂ, ਛੋਟੇ ਛੋਟੇ ਗਮਾਂ ਦੇ ਪਿੱਛੇ, ਉਹਨਾਂ ਤੋਂ ਪਿੱਛਾ ਛਡਾਉਂਦੇ ਛੋਟੀਆਂ ਛੋਟੀਆਂ ਖੁਸ਼ੀਆਂ ਲੱਭਦੇ ਹੋਏ ਲੋਕ ਕਈ ਵਾਰੀ ਕਿਤੇ ਦੂਰ ਨਿਕਲ ਜਾਂਦੇ। ਜਿਹੜੀ ਇਨਸਟੈਂਟ ਹੈਪੀਨੈਸ ਆ ਜਾਂ ਇਨਸਟੈਂਟ ਕੰਫਰਟ ਆ, ਇਹ ਬਹੁਤ ਨੁਕਸਾਨਦਾਇਕ ਵੀ ਹੁੰਦਾ ਆ। ਜੇ ਕਿਉਂਕਿ ਬੰਦੇ ਨੂੰ ਕੁਦਰਤ ਨੇ ਵਿਜਨਰੀ ਬਣਾਇਆ ਆ। ਪਸ਼ੂਆਂ ਵੱਲ ਦੇਖੋ ਤੁਸੀਂ, ਮੱਛੀ ਹੈ, ਉਸ ਨੂੰ ਜਦੋਂ ਕੰਡੇ ਨੂੰ ਥੋੜ੍ਹਾ ਜਿਹਾ ਮਾਸ ਦਾ ਟੁਕੜਾ ਲਗਾ ਕੇ ਸ਼ਿਕਾਰੀ ਸੱਟਦਾ ਆ, ਇੰਸਟੈਂਟ ਹੈਪੀਨੈਸ ਤੇ ਹੈ ਉਹਦੇ ਵਾਸਤੇ। ਉਹ ਫੂਡ ਹੰਟ ਕਰ ਰਹੀ ਸਵੇਰ ਤੋਂ, ਉਹਨੂੰ ਮਿਲਿਆ ਹੀ ਨਹੀਂਗਾ, ਹੁਣ ਫੂਡ ਸਾਹਮਣੇ ਹੈ। ਉਸ ਨੂੰ ਕਿੰਨੀ ਖੁਸ਼ੀ ਮਿਲੀ ਹੋਏਗੀ, ਯਾ ਦੇयर ਇਜ਼ ਫੂਡ, ਆਈ ਕੈਨ ਐਕਚੁਅਲੀ ਈਟ ਇਟ ਰਾਈਟ ਅਵੇ। ਜਸਟ ਮੈਂ ਇਹਨੂੰ ਬਸ ਬਾਈਟ ਹੀ ਕਰਨਾ ਹੈ,
ਇਸ ਫੂਡ ਤੇ ਮੇਰੇ ਦਰਮਿਆਨ ਇਸ ਟੇਸਟ ਦੇ ਵਿੱਚ ਸਿਰਫ ਇੱਕ ਬਾਈਟ ਦੀ ਦੂਰੀ ਹੈ। ਇੰਨਾ ਨਹੀਂ ਪਤਾ ਜਿੰਨਾ ਈਜ਼ੀਲੀ ਤੈਨੂੰ ਲੱਗ ਰਿਹਾ ਇੰਨਾ ਈਜ਼ੀ ਹੈ ਨਹੀਂਗਾ, ਕਿਉਂਕਿ ਜੋ ਤੂੰ ਇਹਦੇ ਜਾਏਂਗੇ ਇਹਦੇ 'ਚ ਤੈਨੂੰ ਟਰੈਪ ਨਹੀਂ ਦਿਸ ਰਿਹਾ। ਇਹ ਰੂਪ ਜਿਹੜਾ ਆ ਮਨੁੱਖ ਨੂੰ ਪਸ਼ੂਆਂ 'ਚ ਤਾਂ ਨਹੀਂ ਦਿਸਦਾ ਨਾ, ਪਸ਼ੂ ਨੂੰ ਤਾਂ ਸਿਰਫ ਇੱਕੋ ਚੀਜ਼ ਦਿਸਦੀ ਹੈ, ਨਹੀਂ ਤੇ ਫਸੇ ਨਹੀਂ ਉਹ। ਬੰਦੇ ਨੂੰ ਤੇ ਕੁਦਰਤ ਨੇ ਵਿਜ਼ਨ ਦੀ ਬਣਾਇਆ ਆ, ਇਹਨੂੰ ਤੇ ਸੋਝੀ ਦਿੱਤੀ ਹੈ। ਪਰ ਸੋਝੀ ਦਾ ਮਤਲਬ ਹੈ ਜਦੋਂ ਬੰਦਾ ਕੁਦਰਤ ਦੇ ਵੱਡੇ ਨਿਜ਼ਾਮ ਨੂੰ ਵੇਖਦਾ ਆ, ਉਸ ਨਿਜ਼ਾਮ ਦੇ ਵਿੱਚ ਇਹ ਨਾਮ ਹੈ ਸਾਰਾ, ਇਹ ਰੱਬ ਦੀ ਸਮਝ ਹੈ, ਇਹ ਰੱਬ ਦੀ ਹੋਂਦ ਆ, ਉਹਦਾ ਅਹਿਸਾਸ ਬੰਦੇ ਦੀ ਸੁਰਤ 'ਚ ਰਹੇ, ਬੰਦਾ ਉਹਨੂੰ ਹਰ ਵਕਤ ਜਪਦਾ ਅਲਾਪਦਾ ਰਹੇ। ਗੁਰੂ ਮਹਾਰਾਜ ਬਿਆਨ ਕਰਦੇ ਦੇ ਵਿੱਚ ਮਹਾਰਾਜ ਕਹਿੰਦੇ ਕਿ ਜਿਹੜਾ ਇਸ ਲੈਵਲ ਤੇ ਆ ਗਿਆ, ਰੰਗ ਸਭੇ ਨਾਰਾਇਣ ਹੈ, ਉਹਨੂੰ ਸਾਰੇ ਰੰਗ ਦੁੱਖ ਸੁੱਖ ਸਭ ਚੀਜ਼ਾਂ ਫਿਰ ਉਹ ਛੱਡਦਾ ਨਹੀਂ ਗਾ। ਅਸੀਂ ਸ਼ਬਦ ਪੜ੍ਹਦੇ ਹਾਂ ਬਾਣੀ ਦੇ ਵਿੱਚ, ਜੇ ਸੁੱਖ ਦੇ ਤਾਂ ਉਹਦੇ ਵਿੱਚ ਹੀ ਮੈਂ ਤੈਨੂੰ ਜਿਹੜਾ ਹੈਗਾ ਧਿਆਵਾਂ, ਸੁਖ ਬੀਤੂ ਜੈ ਧਿਆਈ, ਜੇ ਦੁੱਖ ਦੇ ਤਾਂ ਜੇ ਭੁੱਖ ਦੇ ਤਾਂ ਤਹੀਂ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਹੇ ਮਾਲਕ, ਜੇ ਤੂੰ ਮੈਨੂੰ ਸੁੱਖ ਦੇ ਤਾਂ ਵੀ ਤੇਰਾ ਸਿਮਰਨ ਹੋਏ, ਜੇ ਤੂੰ ਦੁੱਖ ਦੇ ਤਾਂ ਵੀ ਤੇਰਾ ਸਿਮਰਨ ਹੋਏ, ਜੇ ਭੁੱਖ ਦੇ ਤਾਂ ਵੀ ਤੇਰਾ ਸਿਮਰਨ ਹੋਏ। ਭਾਵ ਰੰਗ ਸਭੇ ਨਾਰਾਇਣ ਹੈ, ਜੇਤੇ ਮਨ ਭਾਵਨ। ਤੇ ਇਹ ਸਾਰੇ ਦੇ ਸਾਰੇ ਕਰਤਾਰ ਦੇ ਮਨ ਨੂੰ ਚੰਗੇ ਲੱਗਦੇ। ਡੈਫੀਨੇਟਲੀ ਮੇਰੇ ਮਨ ਵਿੱਚ ਵੀ ਇਸੇ ਤਰ੍ਹਾਂ ਆ ਜਾਏ ਸਿਮਰਨ ਦਾ ਭਾਵ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਹਰੀ ਲੋਚਦਾ ਹੈ ਜੀਓ ਕਰਦੇ ਨੇ। ਭਾਵ ਰੱਬੀ ਹੁਕਮ ਵਿੱਚ ਚੀਜ਼ਾਂ ਚੱਲਦੀਆਂ ਨੇ, ਉਹਦੇ ਨਿਜ਼ਾਮ ਵਿੱਚ, ਉਹਦਾ ਨਿਜ਼ਾਮ ਕੋਈ ਤੋੜ ਨਹੀਂ ਸਕਦਾ। ਇਹ ਰਿਐਲਿਟੀ ਹੈ। ਬੀਤੇ ਕੱਲ੍ਹ ਤੋਂ ਬਹੁਤ ਸਾਰੇ ਸੱਜਣਾਂ ਨੇ ਪੁੱਛਿਆ, ਸਪੈਸ਼ਲੀ ਜੋ ਇਜ਼ਰਾਈਲ ਅਤੇ ਫਿਲਸਤੀਨ ਦੇ ਵਿੱਚ ਹੋ ਰਿਹਾ ਹੈ, ਗਜ਼ਾ ਟ੍ਰਿਪ ਦੇ ਉੱਤੇ ਸੀ, ਪੀਪਲ ਆਰ ਆਸਕਿੰਗ ਸੋ ਮੈਨੀ ਕੁਐਸਚਨਸ। ਇਸ ਕਿਸਮ ਦੀਆਂ ਗੱਲਾਂ ਹੋਈਆਂ ਕਿਉਂਕਿ ਵਰਲਡ ਵਾਈਡ ਇੱਕ ਇਸ਼ੂ ਬਣਿਆ ਆ। ਭਾਈ ਗੱਲ ਇਹ ਹੈ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜਦੋਂ ਕੁਦਰਤ ਦਾ ਨਿਯਮ ਆ, ਤੁਸੀਂ ਅੱਗ ਨੂੰ ਤੁਹਾਡੇ ਲੈਵਲ ਤੋਂ ਸੇਕੋਗੇ, ਉਹ ਤੁਹਾਨੂੰ ਚੰਗੀ ਲੱਗੇਗੀ। ਸਪੈਸ਼ਲੀ ਜੇ ਬਾਹਰ ਦਾ ਵੈਦਰ ਠੰਡਾ ਆ ਤੇ ਤੁਸੀਂ ਥੋੜ੍ਹੀ ਦੂਰ ਤੋਂ ਵੀ ਸੇਕਦੇ ਹੋ, ਪਰ ਬਾਹਰ ਦਾ ਵੈਦਰ ਬਹੁਤ ਗਰਮ ਹੋ ਜਾਂਦਾ ਹੈ, ਫਿਰ ਉਹ ਉਨੀ ਕੁ ਅੱਗ ਵੀ ਦੁੱਖ ਦਿੰਦੀ ਹੈ। ਐਕਚੁਅਲ ਲੈਵਲ 'ਤੇ ਸਮਾਜਾਂ ਦੇ ਵਿੱਚ ਜਿਹੜਾ ਬਹੁਤ ਸੈਲਫਿਸ਼ ਹੋ ਜਾਣਾ, ਜਿਹਨੂੰ ਅਸੀਂ ਕਹਿੰਦੇ ਹਾਂ ਖੁਦਗਰਜ਼, ਕਿਉਂਕਿ ਖੁਦਾ ਕਰਨ ਵਾਲੇ ਲੋਕ ਉੱਥੇ ਹੈਗੇ ਨੇ ਨਾ, ਹੈਗੀ ਤੇ ਇੱਕੋ ਹੀ ਧਾਰਾ, ਇਬਰਾਹਿਮੀ ਧਾਰਾ 'ਚੋਂ ਆਏ ਲੋਕ ਨੇ ਜਿਹੜੇ ਸੈਮਟਿਕ ਰਿਲੀਜਨ ਨੇ, ਉਹਨਾਂ ਦੀ ਸਾਰੀ ਬੇਸ ਹੈ ਯਰੂਸ਼ਲਮ ਦੇ ਵਿੱਚ। ਗੁਰਬਾਣੀ ਨੂੰ ਪੜ੍ਹੋ ਤੁਸੀਂ, ਗੁਰਬਾਣੀ ਬੰਦੇ ਨੂੰ ਖੁਦਾ ਪ੍ਰਸਤ ਬਣਾਉਂਦੀ ਹੈ, ਖੁਦ ਤੋਂ ਉੱਪਰ ਉੱਠਣ ਦੀ ਗੱਲ। ਜਿੰਨਾ ਬੰਦਾ ਖੁਦਗਰਜ਼ ਹੋਏਗਾ, ਉਹਨੂੰ ਲੱਗੇਗਾ ਮੈਂ ਖੁਦਗਰਜ਼ ਹੋ ਕੇ ਆਪਣਾ ਭਲਾ ਕਰ ਰਿਹਾ। ਕਦੀ ਖੁਦੀ ਵਿੱਚ ਵੀ ਕਿਸੇ ਦਾ ਭਲਾ ਹੋਇਆ, ਖੁਦਾ ਵਿੱਚ ਭਲਾ ਹੋਇਆ, ਤੇ ਖੁਦਾ ਉਹਨੂੰ ਮੰਨ ਲਓ 7ਵੇਂ ਅਸਮਾਨ ਤੇ, ਫਿਰ ਤੇ ਮਾਰੇ ਗਏ। ਜਦੋਂ ਦਿਸਦਾ ਹੀ ਨਹੀਂ ਚਾਰ ਚੁਫੇਰੇ, ਜਦੋਂ ਮੌਜੂਦ ਹੀ ਨਹੀਂ, ਮੇਰੇ ਆਲੇ ਦੁਆਲੇ ਹੈ ਹੀ ਨਹੀਂ, ਫਿਰ ਨਾ ਮੈਨੂੰ ਉਹਦਾ ਭੈ ਹੋਏਗਾ। ਉਲਾਮਾ ਇਕਬਾਲ ਨੂੰ ਪੜ੍ਹੋ, ਇੱਥੇ ਆਪਣਾ ਸੋਰਸ ਨਹੀਂ, ਉਹਨਾਂ ਦੇ ਸੋਰਸ ਪੜ੍ਹੋ। ਉਹ ਕਹਿੰਦਾ ਖੁਦਾ ਕੇ ਨਾਮ ਪੇ ਦਸਤੇ ਗਰੇਬਾਂ ਹੈ ਖੁਦਾ ਵਾਲੇ। ਦਸਤੇ ਗਰੇਬਾਂ, ਦਸਤ ਜਿਹੜਾ ਹੈਗਾ ਗਰੇਬਾਂ ਹੁੰਦਾ ਕਾਲਰ, ਤੇ ਦਸਤ ਹੁੰਦਾ ਹੱਥ, ਗਲਮਾ ਫੜਿਆ ਇੱਕ ਦੂਜੇ ਦਾ। ਸਟਰੀਟ ਫਾਈਟ ਹੋ ਰਹੀ ਹੈ, ਆਲਮੋਸਟ ਇਟਸ ਹੈਪਨਿੰਗ, ਓਵਰ ਲੂਟਿੰਗ ਹੋ ਰਹੀ ਹੈ, ਮੌਬ ਲਿੰਚਿੰਗ ਹੋ ਰਹੀ ਹੈ। ਸਭ ਤੁਸੀਂ ਸੁਣਦੇ ਹੋਗੇ ਸਾਰਾ ਕੁਛ ਪਿਛਲੇ 2 ਦਿਨਾਂ ਤੋਂ। ਉਹ ਕਹਿੰਦਾ ਖੁਦਾ ਕੇ ਨਾਮ ਪੇ ਦਸਤੇ ਗਰੇਬਾਂ ਹੈ ਖੁਦਾ ਵਾਲੇ, ਕਿਉਂ ਬਹੁਤ ਜਿਸ ਕਦਰ ਜ਼ਿਕਰੇ ਖੁਦਾ ਹੈ ਖੌਫੇ ਖੁਦਾ ਕਮ ਹੈ। ਖੁਦਾ ਦਾ ਜ਼ਿਕਰ ਤੇ ਬੜਾ ਆ, ਖੌਫ ਕੋਈ ਨਹੀਂ ਹੈਗਾ। ਗੁਰੂ ਸਾਹਿਬ ਨੇ ਕਿਹਾ ਸੀਗਾ, ਜਿੰਨੀ ਦੇਰ ਤੱਕ ਤੂੰ ਉਸ ਭੈ ਨੂੰ ਨਹੀਂ ਨਾ ਸਮਝਦਾ, ਕਿਉਂਕਿ ਸਭ ਭੈ ਵਿੱਚ ਚੱਲ ਰਿਹਾ, ਸਭ ਉਹਦੇ ਕਰਤਾਰੀ ਹੁਕਮ ਵਿੱਚ ਹੈ, ਤੂੰ ਹੁਕਮ ਤੋੜ ਰਿਹਾ ਬੰਦੇ। ਜਿੱਥੇ ਹੁਕਮ ਨੂੰ ਪਾਲੇਗਾ ਉੱਥੇ ਭਲਾ ਹੋਏਗਾ ਤੇਰਾ, ਉੱਥੇ ਭਲਾ ਹੋਏਗਾ ਸਭ ਦਾ। ਇਸ ਹੁਕਮ ਦੀ ਪ੍ਰਤੀਪਾਲਣਾ ਇਹ ਹਾਰਡ ਹੈ। ਮਨੁੱਖੀ ਮਨ ਮੋਹ ਵਿੱਚ ਜੀਂਦਾ ਹੈ, ਇਹ ਸੱਚ ਤੋਂ ਬਾਗੀ ਹੁੰਦਾ ਹੈ। ਗੁਰੂ ਬਾਬਾ ਜੀ ਬਿਆਨ ਕਰਦੇ, ਜਦੋਂ ਇਹ ਸਮਝ ਲਿਆ ਜਾਏ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਰੱਬ ਦਾ ਹੁਕਮ ਹੈ ਉਹਨੂੰ ਮੰਨਣਾ। ਉਹਦਾ ਹੁਕਮ ਵਿਵੇਕ। ਅਗੇਨ ਆਈ ਵੁੱਡ ਲਾਈਕ ਟੂ ਸੇ ਹੇਅਰ, ਵੀ always try to avoid our gut feelings.
ਅੰਦਰੋਂ ਜਿਹੜੀ ਜ਼ਮੀਰੀ ਆਵਾਜ਼ ਆਉਂਦੀ ਹੈ, ਬੰਦਾ ਨਹੀਂ ਸੁਣਦਾ ਉਹਨੂੰ ਅਵੋਇਡ ਕਰਦਾ ਹੈ। ਸਿਮਰਨ ਦਾ ਮਤਲਬ ਇਹ ਹੈ ਇਕਾਗਰ ਚਿੱਤ ਹੋ ਜਾਣਾ, ਆਪਣੇ ਆਪ ਨੂੰ ਕੰਸੈਂਟਰੇਟ ਕਰ ਲੈਣਾ ਉਸ ਲੈਵਲ ਤੇ। ਜਿਹੜੀ ਅੰਦਰ ਆਵਾਜ਼ ਆ ਉਹ ਸੁਣਨ ਲੱਗ ਜੇ, ਮੇਰਾ ਵਿਵੇਕ ਮੈਨੂੰ ਕੀ ਕਹਿ ਰਿਹਾ ਆ, ਫੀਲਿੰਗ ਉਸ ਚੀਜ਼ ਦੀ ਹੋ ਜਾਏ। ਉਹਦਾ ਬਚਨ ਹੈ ਜੋ ਪ੍ਰਭ ਕੀਤੇ ਆਪਣੇ ਸੋਈ ਕਹੀਆਂ ਤਨ। ਬਾਕੀ ਜਿਨ੍ਹਾਂ ਨੂੰ ਇਹ ਨਵਾਜ਼ਦੇ ਇਹੋ ਜਿਹੀ ਅਕਲ ਦੇ ਤੇ ਮਹਾਰਾਜ ਕਹਿੰਦੇ ਨੂੰ ਤਨ ਕਹਿਣਾ ਚਾਹੀਦਾ, ਉਹਨਾਂ ਦੀ ਤਾਰੀਫ ਕਰਨੀ ਚਾਹੀਦੀ ਹੈ। ਕਿਉਂਕਿ ਜਿਨ੍ਹਾਂ ਨੂੰ ਮਾਲਕ ਨੇ, ਜਿਨ੍ਹਾਂ ਨੂੰ ਪਾਰਸ ਨੇ ਗੱਲ ਲਾ ਲਿਆ, ਜਿਵੇਂ ਭਾਈ ਵੀਰ ਸਿੰਘ ਜੀ ਕਹਿੰਦੇ ਨਾ ਕਿ ਮੈਨੂੰ ਸਾਰੇ ਭਲਾ ਕਹੋ। ਭਾਈ ਸਾਹਿਬ ਕੀ ਕਰ ਰਹੇ ਹੋ, ਹੰਕਾਰ ਦੀ ਗੱਲ ਹੈ। ਉਹ ਕਹਿੰਦੇ ਨਹੀਂ, ਮਿਸਾਲ ਹੈ। ਕਹਿੰਦੇ ਮੈਂ ਚੰਗੀ ਵੇ ਲੋਕਾ ਜਿਹਨੂੰ ਸਾਈਂ ਨੇ ਹੱਥ ਲਾਇਆ, ਮੈਂ ਬਹੁਤ ਚੰਗੀ ਹੋ ਗਈ। ਭਾਈ ਸਾਹਿਬ ਐਵੇਂ ਕਿਵੇਂ? ਕਹਿੰਦੇ ਕਿਉਂਕਿ ਸਾਈਂ ਨੇ ਛੂ ਲਿਆ ਮੈਨੂੰ। ਜਦੋਂ ਨੇ ਛੂ ਲਿਆ, ਉਹਨੇ ਹੱਥ ਲਾ ਲਿਆ, ਹੁਣ ਜੀਵਨ ਬਦਲ ਗਿਆ, ਧਨ ਹੋ ਗਿਆ। ਬਚਨ ਇਹ ਹੈ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਆਂ ਤਨ। ਕਿਹਾ ਗਿਆ ਕਿ ਮੈਂ ਚੰਗੀ ਵੇ ਲੋਕਾ ਜਿਹਨੂੰ ਸਾਈਂ ਨੇ ਹੱਥ ਲਾਇਆ, ਗੁਣ ਅਵਗੁਣ ਉਸ ਕੁਝ ਨਾ ਤੱਕਿਆ, ਝੋਲੀ ਪਕੜ ਬਿਠਾਇਆ। ਮੰਦੀ ਸਾਂ ਪਰ ਚੰਗੀ ਹੋ ਗਈ, ਹੁਣ ਮੰਦੀ ਕਹੋ ਨਾ ਕੋਏ, ਉਸ ਤਾਂਬੇ ਨੂੰ ਕਹੋ ਨਾ ਤਾਂਬਾ ਜਿਹਨੂੰ ਪਾਰਸ ਨੇ ਗਲ ਲਾਇਆ। ਜਿਹੜਾ ਤਾਂਬਾ ਪਾਰਸ ਨੂੰ ਛੂ ਜਾਏ ਨਾ, ਉਹ ਤਾਂਬਾ ਨਹੀਂ ਰਹਿੰਦਾ, ਅਸਲ ਵਿੱਚ ਸੋਨਾ ਹੋ ਜਾਂਦਾ ਹੈ। ਜਿਹਦੀ ਸੁਰਤ ਚ ਰੱਬ ਇਸ ਰੂਪ ਵਿੱਚ ਆ ਕੇ ਬੈਠ ਗਿਆ, ਨਿਰਮਲ ਪੈ ਦੇ ਰੂਪ ਵਿੱਚ। ਸਭ ਕਹਿੰਦੇ ਜੋ ਪ੍ਰਭ ਕੀਤੇ ਆਪਣੇ ਸੋਈ ਸੇਈ ਕਹੀਆਂ ਤਨ, ਆਪਣ ਲਿਆ ਜੇ ਮਿਲੇ ਵਿਛੁੜ ਕਿਉਂ ਰੋਵਨ। ਬਾਕੀ ਪੇਸ਼ ਨਹੀਂ ਨਾ ਜਾਂਦੀ। ਜੇ ਆਪਣਾ ਜ਼ੋਰ ਚੱਲੇ ਤੇ ਅਸੀਂ ਸਾਰੇ ਫਿਰ ਧਨ ਹੋ ਜਾਈਏ। ਮਹਾਰਾਜ ਕਹਿੰਦੇ ਦੇਣਾ ਉਹ ਨਹੀਂ ਹੈ ਫਿਰ ਤਰਸ ਕਰਕੇ। ਇਸ ਕਰਕੇ ਕਿਹਾ ਵਿਛੜ ਕਿਉਂ ਰੋਵਨ, ਫਿਰ ਕਿਉਂ ਉਹਦੇ ਤੋਂ ਵਿਛੜ ਕੇ ਰੋਈਏ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਹੇ ਨਾਨਕ ਕਹਿ ਜਿਨ੍ਹਾਂ ਨੂੰ ਸਾਧੂ ਦਾ ਸੰਗ ਮਿਲ ਗਿਆ, ਇਹੋ ਜਿਹੀ ਸੰਗਤ, ਇਹੋ ਜਿਹਾ ਗੁਰੂ ਵਰਸਾਈ ਜਿਹੜੀ ਹੈ, ਉਹੋ ਜਿਹੀ ਸੁਰਤ 'ਚ ਰਹਿਣ ਦੀ ਜਾਚ ਆ ਗਈ। ਮਹਾਰਾਜ ਕਹਿੰਦੇ ਉਹ ਜੀਵਨ ਦਾ ਰੰਗ ਮਾਣਦੇ। ਹਰ ਜੇਠ ਰੰਗੀਲਾ ਤਿਸਥਨੀ ਜਿਸ ਕੈ ਭਾਗ ਮੱਥਨ। ਜਿਹਦੇ ਮੱਥੇ ਦੇ ਭਾਗ ਮਥੋਰ ਹੋ ਗਏ, ਉਹਦੇ ਵਾਸਤੇ ਉਹ ਜੇਠ ਰੰਗੀਲਾ ਰੰਗਦਾਰ ਜੀਵਨ ਦੇਣ ਵਾਲੀ ਕਰਤਾਰੀ ਹਸਤੀ ਉਹਦੇ ਜੀਵਨ ਵਿੱਚ ਆ ਵਸੇਗੀ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਸਾਨੂੰ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਅਗਲਾ ਸਮਾਂ ਸਿਮਰਨ ਦਾ ਹੈ। ਵੀਰ ਜੀ ਆ ਗਏ ਨੇ, ਆਪ ਜੀ ਦੀ ਸੇਵਾ ਬੜੇ ਸੁੰਦਰ ਅੰਦਾਜ਼ ਵਿੱਚ ਕਰਨਗੇ। ਮੈਂ ਆਪ ਤੋਂ ਇਜਾਜ਼ਤ ਚਾਹਾਂਗਾ। ਕਿਰਸਾਨੀ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਹੋਏ, ਚੜ੍ਹਦੀ ਕਲਾ ਹੋਏ, ਇਹ ਦਿਲੀ ਅਰਦਾਸ ਹੈ। ਸਭ ਪ੍ਰੇਮ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।